ਸਤਿ ਸ਼੍ਰੀ ਅਕਾਲ। ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਰਨ ਜਾ ਰਹੇ ਹਾਂ 10ਵੀਂ ਜਮਾਤ ਦੇ ਸਿਲੇਬਸ ਵਿੱਚੋਂ ਇੱਕ ਕਹਾਣੀ ਅੰਗ ਸੰਗ। ਅੰਗ ਸੰਗ ਕਹਾਣੀ ਦੇ ਲੇਖਕ ਪੰਜਾਬੀ ਦੇ ਮਸ਼ਹੂਰ ਕਹਾਣੀਕਾਰ, ਮਸ਼ਹੂਰ ਲੇਖਕ ਵਰਿਆਮ ਸਿੰਘ ਸੰਧੂ ਜੀ ਹਨ। ਅੰਗ ਸੰਗ ਕਹਾਣੀ ਵਿੱਚ ਨੂੰ ਪਹਿਲਾਂ ਮੈਂ ਤੁਹਾਨੂੰ ਕਹਾਣੀ ਸੁਣਾਵਾਂਗੀ ਸੰਖੇਪ ਵਿੱਚ, ਔਰ ਉਸ ਤੋਂ ਬਾਅਦ ਆਪਾਂ ਇਸ ਦਾ ਅਭਿਆਸ ਕਰਾਂਗੇ ਅਤੇ ਹੋਰ ਪ੍ਰਸ਼ਨ ਜਿਹੜੇ ਜ਼ਰੂਰੀ ਨੇ ਉਹ ਕਰਾਂਗੇ। ਕਹਾਣੀ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਤਰਾਂ ਬਾਰੇ ਜਾਣਕਾਰੀ ਦੇ ਦੇਵਾਂ। ਕਹਾਣੀ ਵਿੱਚ ਇੱਕ ਪਾਤਰ ਜਿਹੜਾ ਜਿਹਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ਉਹ ਹੈ ਕਰਤਾਰ ਸਿੰਘ, ਅਤੇ ਉਸ ਤੋਂ ਇਲਾਵਾ ਇਸ ਕਹਾਣੀ ਦਾ ਦੂਸਰਾ ਮੁੱਖ ਪਾਤਰ ਹੈ ਅਮਰੀਕ, ਜੋ ਕਿ ਕਰਤਾਰ ਸਿੰਘ ਦਾ ਵੱਡਾ ਮੁੰਡਾ ਹੈ ਅਤੇ ਸਰਕਾਰੀ ਮੁਲਾਜ਼ਮ ਹੈ। ਉਸ ਤੋਂ ਇਲਾਵਾ ਕਰਤਾਰ ਸਿੰਘ ਦੀ ਪਤਨੀ ਅਤੇ ਅਮਰੀਕ ਦੀ ਮਾਂ ਜਾਗੀਰ ਕੌਰ, ਅਮਰੀਕ ਦਾ ਛੋਟਾ ਭਰਾ ਮਹਿੰਦਰ, ਅਤੇ ਉਸ ਤੋਂ ਇਲਾਵਾ ਕਰਤਾਰ ਸਿੰਘ ਦੀਆਂ 3 ਕੁੜੀਆਂ ਵੀ ਸਨ, ਜਿਨ੍ਹਾਂ ਵਿੱਚੋਂ ਵੱਡੀ ਕੁੜੀ ਦਾ ਨਾਮ ਸਾਨੂੰ ਪਤਾ ਲੱਗਦਾ ਹੈ ਬੰਸੋ ਹੈ, ਅਤੇ ਇੱਕ ਉਸ ਤੋਂ ਇਲਾਵਾ ਇੱਕ ਨਿੱਕੀ ਕੁੜੀ ਹੈ ਜਿਸ ਦਾ ਨਾਮ ਨਹੀਂ ਦੱਸਿਆ ਗਿਆ ਕਹਾਣੀ ਵਿੱਚ, ਅਤੇ ਇੱਕ ਹੋਰ ਉਸ ਤੋਂ ਛੋਟੀ ਕੁੜੀ ਹੈ ਜੋ ਕਿ ਹਜੇ 7ਵੀਂ ਜਮਾਤ ਵਿੱਚ ਪੜ੍ਹਦੀ ਹੈ। ਇਹਨਾਂ ਤੋਂ ਇਲਾਵਾ ਕਹਾਣੀ ਵਿੱਚ ਕੁਝ ਛੋਟੇ ਛੋਟੇ ਪਾਤਰ ਹੋਰ ਹਨ, ਜਿਵੇਂ ਕਿ ਸੁਸਾਇਟੀ ਦਾ ਇੰਸਪੈਕਟਰ, ਮਾਸਟਰ ਮੁਲਖ ਰਾਜ, ਅਮਰੀਕ ਦੀ ਦਾਦੀ, ਕਰਤਾਰ ਦਾ ਪਿਤਾ ਜਿਹੜਾ ਕਿ ਸਿੰਗਾਪੁਰ ਕੰਮ ਕਰਦਾ ਹੈ, ਅਤੇ ਅਮਰੀਕ ਦੀ ਭੂਆ ਦਾ ਵੀ ਜ਼ਿਕਰ ਇਸ ਕਹਾਣੀ ਵਿੱਚ ਆਉਂਦਾ ਹੈ। ਤਾਂ ਇਹ ਸਾਰੇ ਪਾਤਰ ਜਿਹੜੇ ਨੇ ਇਸ ਕਹਾਣੀ ਵਿੱਚ ਹਨ। ਕਹਾਣੀ ਸ਼ੁਰੂ ਹੁੰਦੀ ਹੈ ਉਸ ਦਿਨ ਤੋਂ ਜਿਸ ਦਿਨ ਕਿ ਕਰਤਾਰ ਸਿੰਘ, ਜੋ ਕਿ ਮੁੱਖ ਇੱਕ ਪਾਤਰ ਹੈ, ਉਸਦੀ ਮੌਤ ਹੋ ਚੁੱਕੀ ਹੈ, ਅਤੇ ਉਸਦੀ ਮੌਤ ਤੋਂ ਬਾਅਦ ਉਸਦਾ ਭੋਗ ਪੈ ਗਿਆ ਸੀ। ਭੋਗ ਤੋਂ ਬਾਅਦ ਜਿਹੜੀ ਹੈ ਜ਼ਿੰਮੇਵਾਰੀ ਦੀ ਜਿਹੜੀ ਪੱਗ ਹੈ ਉਹ ਅਮਰੀਕ ਨੂੰ ਬਣਵਾਈ ਜਾਂਦੀ ਹੈ, ਕਿਉਂਕਿ ਉਹ ਘਰ ਦਾ ਵੱਡਾ ਮੁੰਡਾ ਹੈ। ਅਮਰੀਕ ਬਹੁਤ ਜ਼ਿਆਦਾ ਦੁਖੀ ਹੈ ਆਪਣੇ ਪਿਓ ਦੇ ਜਾਣ ਤੋਂ ਬਾਅਦ। ਉਸਨੂੰ ਇਸ ਤਰ੍ਹਾਂ ਲੱਗਦਾ ਕਿ ਉਸਦਾ ਪਿਓ ਹਜੇ ਵੀ ਆਸ-ਪਾਸ ਉਸਦੇ ਅੰਗ ਸੰਗ ਇਸ ਘਰ ਵਿੱਚ ਤੁਰਿਆ ਫਿਰਦਾ, ਆਪਣੇ ਕੰਮ ਕਰਦਾ ਪਿਆ, ਕਿਤੇ ਸ਼ਰਾਬ ਪੀ ਕੇ ਡਿੱਗਿਆ ਹੋਇਆ ਜਾਂ ਹੋਰ ਕੰਮ ਕਰ ਰਿਹਾ। ਹੁਣ ਕਰਤਾਰ ਸਿੰਘ, ਜਿਸ ਨੂੰ ਕਿ ਸ਼ਰਾਬ ਦੀ ਲੱਤ ਸੀ, ਉਸ ਤੋਂ ਇਲਾਵਾ ਹੌਲੀ ਹੌਲੀ ਉਹ ਅਫੀਮ ਵੀ ਖਾਣ ਲੱਗ ਪਿਆ ਸੀ, ਅਤੇ ਹੋਰ ਵੀ ਬਹੁਤ ਸਾਰੀਆਂ ਉਸ ਵਿੱਚ ਬੁਰਾਈਆਂ ਜਾਂ ਐਬ ਆ ਚੁੱਕੇ ਸਨ। ਅਮਰੀਕ ਸਰਕਾਰੀ ਮੁਲਾਜ਼ਮ ਸੀ ਅਤੇ ਘਰ ਤੋਂ ਇੰਨਾ ਪਰੇਸ਼ਾਨ ਸੀ ਕਿ ਉਸਨੇ ਘਰ ਨਾਲ ਨਾਤਾ ਹੀ ਲਗਭਗ ਤੋੜਿਆ ਹੋਇਆ ਸੀ। ਬਸ ਹਰ ਮਹੀਨੇ ਉਹ ਅੱਧੀ ਤਨਖਾਹ ਜਿਹੜੀ ਉਹ ਆਪਣੀ ਮਾਂ ਨੂੰ ਦੇ ਦਿੰਦਾ ਸੀ ਘਰ ਦਾ ਗੁਜ਼ਾਰਾ ਚਲਾਉਣ ਲਈ। ਉਹ ਫਿਰ ਜਦੋਂ ਲੇਟਿਆ ਲੇਟਿਆ ਆਪਣੀ ਪਿਤਾ ਬਾਰੇ ਸੋਚਣ ਲੱਗ ਪਿਆ। ਉਸਦੇ ਘਰ ਵਿੱਚ ਕੀ ਹੋ ਰਿਹਾ ਸੀ ਅਮਰੀਕ ਸਿੰਘ ਨੂੰ ਕੁਝ ਨਹੀਂ ਸੀ ਪਤਾ। ਅਚਾਨਕ ਉਸਨੂੰ ਇੱਕ ਦਿਨ ਆ ਕੇ ਦੱਸਿਆ ਜਾਂਦਾ ਹੈ ਕਿ ਉਸਦਾ ਜਿਹੜਾ ਪਿਤਾ ਹੈ ਕਰਤਾਰ ਸਿੰਘ, ਉਹ ਮਰ ਗਿਆ, ਅਤੇ ਸਾਰਾ ਪਰਿਵਾਰ ਰੋਣ ਲੱਗ ਪੈਂਦਾ ਹੈ। ਬੰਸੋ ਜਿਹੜੀ ਵੱਡੀ ਕੁੜੀ ਉਹ ਵੀ ਆ ਚੁੱਕੀ ਹੁੰਦੀ ਹੈ, ਛੋਟੀ ਵੀ ਆ ਜਾਂਦੀ ਹੈ, ਅਤੇ ਸਾਰਾ ਕੁਛ ਤੋਂ ਬਾਅਦ ਹਰ ਕੋਈ ਅਮਰੀਕ ਨੂੰ ਹੌਸਲਾ ਕਰਨ ਲਈ ਕਹਿੰਦਾ, ਕਿਉਂਕਿ ਹੁਣ ਉਸਨੂੰ ਹੀ ਸਾਰੇ ਪਰਿਵਾਰ ਨੂੰ ਸੰਭਾਲਣਾ ਸੀ। ਉਸੇ ਸਮੇਂ ਉੱਥੇ ਸੁਸਾਇਟੀ ਇੰਸਪੈਕਟਰ ਵੀ ਆਉਂਦਾ ਹੈ, ਜਿਹੜਾ ਕਿ ਦੱਸਦਾ ਹੈ ਕਿ ਕਰਤਾਰ ਸਿੰਘ ਨੇ ਦੇ ਸਿਰ ਸੁਸਾਇਟੀ ਤੋਂ ਖਾਦ ਦਾ 1650 ਰੁਪਏ ਕਰਜ਼ਾ ਹੈ, ਅਤੇ ਉਹ ਅਮਰੀਕ ਨੂੰ ਉਹ ਕਰਜ਼ਾ ਦੇਣ ਲਈ 2 ਕਿਸ਼ਤਾਂ ਦੀ ਮਹੋਲਤ ਦਿੰਦਾ ਹੈ, ਜਿਸ ਵਿੱਚੋਂ ਕਿ ਪਹਿਲੀ ਕਿਸ਼ਤ 15 ਦਿਨ ਬਾਅਦ ਦੇਣੀ ਹੁੰਦੀ ਹੈ। ਜਿਹੜਾ ਛੋਟਾ ਮੁੰਡਾ ਅਮਰੀਕ ਹੈ, ਮਹਿੰਦਰ ਹੈ, ਉਸ ਛੋਟਾ ਮੁੰਡਾ ਮਹਿੰਦਰ ਹੈ, ਉਹ ਵੀ ਕੋਈ ਜ਼ਿਆਦਾ ਸਾਊ ਨਹੀਂ ਨਿਕਲਿਆ। ਉਹ ਸਾਰਾ ਦਿਨ ਵਿਹਲਾ ਫਿਰਦਾ ਹੈ ਅਤੇ ਕਬੂਤਰਬਾਜੀ ਕਰਦਾ ਹੈ, ਅਤੇ ਇਹ ਸਾਰੇ ਕੁਛ ਕਰਕੇ ਅਮਰੀਕ ਨੂੰ ਲੱਗਦਾ ਕਿ ਉਸਦਾ ਘਰ ਵਿੱਚ ਕੋਈ ਸਹਾਰਾ ਨਹੀਂ ਹੈਗਾ। ਉਹ ਘਰ ਵਿੱਚ ਕਿਸੇ ਉਸਨੂੰ ਜੋ ਇਕੱਲੇ ਹੀ ਘਰ ਨੂੰ ਸੰਭਾਲਣਾ ਪੈਣਾ ਹੈ। ਉਸ ਤੋਂ ਬਾਅਦ ਉਹਨੂੰ ਆਪਣੇ ਆਪ 'ਤੇ ਵੀ ਦੁੱਖ ਆਉਂਦਾ ਕਿ ਜੇ ਉਸਨੇ ਘਰ ਵੱਲ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਸਭ ਕੁਝ ਨਾ ਹੁੰਦਾ, ਅਤੇ ਉਸਨੂੰ ਆਪਣੇ ਪਿਓ ਦੀ ਵੀ ਬਹੁਤ ਯਾਦ ਆਉਂਦੀ। ਉਹ ਸੋਚਦਾ ਕਿ ਕਾਸ਼ ਮੈਂ ਆਪਣੇ ਪਿਓ ਨੂੰ ਸੰਭਾਲਿਆ ਹੁੰਦਾ ਅਤੇ ਅੱਜ ਮੇਰਾ ਪਿਓ ਜਿੰਦਾ ਹੁੰਦਾ, ਅਤੇ ਮੈਂ ਵੀ ਉਸ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਹੁੰਦਾ। ਉਸਨੂੰ ਫਿਰ ਆਪਣਾ ਬਚਪਨ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਸਦਾ ਪਿਓ, ਜਿਹੜਾ ਕਿ ਬਹੁਤ ਛੋਟੀ ਉਮਰ ਵਿੱਚ ਪਿਤਾ ਬਣ ਗਿਆ ਸੀ, ਜਦੋਂ ਉਸਨੂੰ ਸਕੂਲ ਦਾਖਲ ਕਰਾਉਣ ਜਾਂਦਾ ਹੈ ਤਾਂ ਜਿਹੜਾ ਮਾਸਟਰ ਮੁਲਖ ਰਾਜ ਹੈ ਉਹ ਕਿਸ ਤਰ੍ਹਾਂ ਉਸ ਨਾਲ ਗੱਲ ਕਰਦਾ ਹੈ। ਅਤੇ ਨਾਲ ਹੀ ਉਸਨੂੰ ਉਹ ਵੀ ਸਮਾਂ ਯਾਦ ਆਉਂਦਾ ਜਦੋਂ ਉਸਨੂੰ ਲੱਗਦਾ ਹੁੰਦਾ ਸੀ ਕਿ ਉਸਦਾ ਪਿਓ ਬੁੱਢਾ ਕਿਉਂ ਨਹੀਂ ਲੱਗਦਾ ਬਾਕੀਆਂ ਦੇ ਪਿਓਆਂ ਵਰਗਾ। ਉਹ ਚਾਹੁੰਦਾ ਸੀ ਕਿ ਉਸਦਾ ਪਿਓ ਵੀ ਬੁੱਢਾ ਲੱਗੇ, ਪਰ ਹੌਲੀ ਹੌਲੀ ਜਦੋਂ ਉਸਦਾ ਪਿਓ ਬੁੱਢਾ ਹੋਇਆ ਤਾਂ ਉਸ ਸਮੇਂ ਤੱਕ ਉਹ ਇੰਨੇ ਨਸ਼ਿਆਂ ਵਿੱਚ ਅਤੇ ਇੰਨੇ ਜ਼ਿਆਦਾ ਬੁਰਾਈਆਂ 'ਚ ਫਸ ਗਿਆ ਸੀ ਕਿ ਅਮਰੀਕ ਸਿੰਘ ਵੈਸੇ ਹੀ ਉਸ ਤੋਂ ਦੂਰ ਹੋ ਗਿਆ ਸੀ। ਇੱਥੇ ਸਾਨੂੰ ਕਰਤਾਰ ਸਿੰਘ ਦੇ ਪਿਤਾ ਬਾਰੇ ਵੀ ਪਤਾ ਚੱਲਦਾ ਹੈ ਕਿ ਉਹ ਉਸਦਾ ਪਿਤਾ ਬਹੁਤ ਮਿਹਨਤੀ ਸੀ, ਜਿਹੜਾ ਕਿ ਸਿੰਗਾਪੁਰ ਕੰਮ ਕਰਦਾ ਸੀ ਅਤੇ ਉੱਥੋਂ ਉਹ ਪੈਸੇ ਭੇਜਦਾ ਸੀ। ਉਹਨਾਂ ਪੈਸਿਆਂ 'ਤੇ ਹੀ ਜਿਹੜਾ ਕਰਤਾਰ ਸਿੰਘ ਹੈ ਉਹ ਐਸ਼ ਕਰਦਾ ਸੀ, ਅਤੇ ਉਹ ਆਪ ਕੋਈ ਕੰਮ ਨਹੀਂ ਸੀ ਕਰਦਾ। ਜ਼ਮੀਨ ਉਹ
ਹਿੱਸੇ 'ਤੇ ਦੇ ਦਿੰਦੇ ਸੀ ਅਤੇ ਆਪ ਸਾਰਾ ਦਿਨ ਉਹ ਚਿੱਟੇ ਕੁੜਤਾ ਪਜਾਮਾ ਪਾ ਕੇ ਅਤੇ ਆਪਣੇ ਨਾਲ ਹੋਰ ਬੰਦੇ ਜਿਹੜੇ ਡਾਂਗਾ ਲੈ ਕੇ ਉਹਦੇ ਅੱਗੇ ਪਿੱਛੇ ਤੁਰਦੇ ਸੀ, ਉਸ ਕੋਲੋਂ ਪੈਸੇ ਖਾਣ ਦੇ ਮਾਰੇ ਸੱਥਾਂ ਵਿੱਚ ਬੈਠਾ ਤਾਸ਼ ਖੇਡਦਾ ਰਹਿੰਦਾ ਅਤੇ ਹੋਰ ਕੰਮ ਕਰਦਾ। ਉਸਨੂੰ ਛਾਲਾਂ ਮਾਰਨ ਦਾ, ਜਿਸ ਨੂੰ ਅਸੀਂ ਕਹਿੰਦੇ ਹਾਂ ਲੰਬੀ ਛਾਲ ਮਾਰਨਾ, ਕੌਡੀ ਖੇਡਣਾ, ਜਿਸ ਨੂੰ ਅਸੀਂ ਕਬੱਡੀ ਵੀ ਕਹਿ ਦਿੰਦੇ ਹਾਂ, ਅਤੇ ਸ਼ਿਕਾਰੀ ਕੁੱਤੇ ਰੱਖਣ ਦਾ ਵੀ ਸ਼ੌਂਕ ਸੀ। ਉਸਦੇ ਸਾਰੇ ਸ਼ੌਂਕ ਜਿੰਨੀ ਦੇਰ ਤੱਕ ਉਸਦਾ ਪਿਤਾ ਜਿੰਦਾ ਸੀ ਉਨੀ ਦੇਰ ਤੱਕ ਤਾਂ ਪੁੱਗਦੇ ਰਹੇ, ਪਰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਉੱਤੇ ਜਦੋਂ ਕਰਤਾਰ ਸਿੰਘ ਉੱਤੇ ਸਾਰੇ ਘਰ ਦੀ ਜ਼ਿੰਮੇਵਾਰੀ ਪਈ ਤਾਂ ਉਹ ਸ਼ਰਾਬ ਦੇ ਨਾਲ ਨਾਲ ਹੌਲੀ ਹੌਲੀ ਅਫੀਮ ਦਾ ਵੀ ਆਦੀ ਹੋ ਗਿਆ, ਕਿਉਂਕਿ ਘਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਪੈਸੇ ਚਾਹੀਦੇ ਸਨ ਅਤੇ ਪੈਸੇ ਸੀਗੇ ਨਹੀਂ। ਸਭ ਤੋਂ ਪਹਿਲਾਂ ਜਦੋਂ ਅਮਰੀਕ ਦੀ ਭੂਆ ਅਤੇ ਕਰਤਾਰ ਸਿੰਘ ਦੀ ਭੈਣ ਦੀਆਂ ਦੋ ਕੁੜੀਆਂ ਦਾ ਵਿਆਹ ਸੀ ਤਾਂ ਉਸ ਸਮੇਂ ਉਸ ਭੈਣ ਨੇ ਕਰਤਾਰ ਸਿੰਘ ਨੂੰ ਬਣ ਠਣ ਕੇ ਵਿਆਹ 'ਤੇ ਆਉਣ ਲਈ ਕਿਹਾ ਅਤੇ ਮਜਬੂਰੀ ਵਿੱਚ ਕਰਤਾਰ ਸਿੰਘ ਨੂੰ 2 ਕਿੱਲੇ ਜ਼ਮੀਨ ਗਹਿਣੇ ਧਰਨੀ ਪਈ ਸੀ। ਇਸ ਤੋਂ ਬਾਅਦ ਕਰਤਾਰ ਸਿੰਘ ਦੀਆਂ ਆਪਣੀਆਂ ਧੀਆਂ ਦੇ ਵਿਆਹ ਵਾਸਤੇ ਵੀ ਉਸ ਨੂੰ 2-2.5 ਕਿੱਲੇ ਜ਼ਮੀਨ ਗਹਿਣੇ ਧਰਨੀ ਪਈ। 1.25 ਕਿੱਲਾ ਜ਼ਮੀਨ ਉਹਨਾਂ ਨੂੰ ਕਰਤਾਰ ਸਿੰਘ ਨੂੰ ਆਪਣੀ ਕੁੜੀ ਦੀ ਸੱਸ ਦੇ ਮਰਨ 'ਤੇ ਜੋ ਇਕੱਠ ਸੀ ਉੱਥੇ ਖਰਚਾ ਕਰਨ ਲਈ, ਅਤੇ ਇਸ ਤੋਂ ਇਲਾਵਾ ਉਸਨੇ ਹੋਰ ਵੀ ਕਈਆਂ ਤੋਂ ਜਿਵੇਂ ਕਿ ਮੱਖਣ ਸਿੰਘ ਤੋਂ 500 ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਇਹਨਾਂ ਸਾਰਿਆਂ ਕਰਕੇ ਉਹ ਹੌਲੀ ਹੌਲੀ ਇੰਨਾ ਜ਼ਿਆਦਾ ਸ਼ਰਾਬ, ਅਫੀਮ ਅਤੇ ਹੋਰ ਨਸਵਾਰ ਲੈਣ ਲੱਗ ਪਿਆ, ਹੋਰ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਪਿਆ। ਇਸ ਤਰ੍ਹਾਂ ਦੇ ਨਸ਼ਿਆਂ ਵਿੱਚ ਉਹ ਹੌਲੀ ਹੌਲੀ ਇੰਨਾ ਜ਼ਿਆਦਾ ਫਸ ਗਿਆ ਸੀ ਕਿ ਅੰਤ ਉਸਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਅਤੇ ਸਾਰੀ ਜ਼ਿੰਮੇਵਾਰੀ ਅਮਰੀਕ ਦੇ ਸਿਰ 'ਤੇ ਆਉਂਦੀ ਹੈ। ਅਮਰੀਕ ਨੂੰ ਇੱਕ ਉਹ ਵਾਲਾ ਵੀ ਘਟਨਾ ਯਾਦ ਆਉਂਦੀ ਹੈ ਜਦੋਂ ਉਸਦੇ ਪਿਤਾ ਨੇ ਉਸਦੀ ਮਾਂ ਨੂੰ ਬਹੁਤ ਕੁੱਟਿਆ ਸੀ ਅਤੇ ਉਸਦੀ ਮਾਂ ਨੇ ਰੋਂਦੀ ਹੋਈ ਨੇ ਅਮਰੀਕ ਨੂੰ ਕਿਹਾ ਸੀ ਕਿ ਮੈਂ ਹਰੀ ਕੇ ਡੁੱਬ ਕੇ ਮਰ ਜਾਣਾ ਹੈ। ਉਸਦੀ ਦਾਦੀ ਵੀ ਕਰਤਾਰ ਸਿੰਘ ਨੂੰ ਬਹੁਤ ਸਮਝਾਉਂਦੀ ਸੀ ਪਰ ਉਸਦੇ ਸਿਰ ਉੱਤੇ ਕੋਈ ਜੂੰ ਨਹੀਂ ਸੀ ਸਰਕਦੀ। ਜਦੋਂ ਅਮਰੀਕ ਨੇ ਇੱਕ ਅੱਧੀ ਵਾਰੀ ਆਪਣੇ ਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰਤਾਰ ਸਿੰਘ ਨੇ ਅੱਗੋਂ ਉਸ ਨੂੰ ਝਿੜਕ ਦਿੱਤਾ ਅਤੇ ਅਮਰੀਕ ਵੀ ਪਾਸੇ ਹੋ ਗਿਆ। ਇਸ ਸਭ ਤੋਂ ਬਾਅਦ ਰਾਤ ਨੂੰ ਫਿਰ ਹਾਰ ਕੇ ਇੱਕ ਦਿਨ ਰਾਤ ਨੂੰ ਅਮਰੀਕ ਜਿਹੜਾ ਹੌਸਲਾ ਕਰਦਾ ਅਤੇ ਸਾਰੇ ਪਰਿਵਾਰ ਨੂੰ, ਆਪਣੇ ਛੋਟੇ ਭਰਾ ਨੂੰ ਮਹਿੰਦਰ ਨੂੰ ਕਹਿੰਦਾ ਹੈ ਕਿ ਹੁਣ ਤੂੰ ਤਕੜਾ ਹੋ ਕੇ ਵਾਹੀ ਕਰ, ਮੈਂ ਵੀ ਗੇੜਾ ਮਾਰਿਆ ਕਰਾਂਗਾ। ਅਤੇ ਉਹ ਕਿਤੇ ਪੱਠੇ ਲਾਉਣ ਦੀ ਗੱਲ ਕਰਦਾ ਜਿੱਦਾਂ ਕਿ ਪਤਾ ਚੱਲਦਾ ਹੈ ਕਿ ਉਹ ਜ਼ਮੀਨ ਵੀ ਹੁਣ ਗਹਿਣੇ ਜਾ ਚੁੱਕੀ ਹੈ। ਉਸੇ ਸਮੇਂ ਉਸਨੂੰ ਛੋਟੀ ਕੁੜੀ ਤੋਂ ਪਤਾ ਲੱਗਦਾ ਕਿ ਇੱਕ ਦਿਨ ਉਹਨਾਂ ਦਾ ਪਿਓ ਪਤੀਲਾ ਵੀ ਵੇਚਣ ਚਲਾ ਗਿਆ ਸੀ, ਜਿਸ ਨੂੰ ਕਿ ਉਹ ਵਾਪਸ ਪੈਸੇ ਦੇ ਕੇ ਛੁਡਾ ਕੇ ਲੈ ਕੇ ਆਏ, ਅਤੇ ਉਦੋਂ ਹੀ ਉਸਨੂੰ ਆਪਣੇ ਪਿਓ ਦੇ ਨਸਵਾਰ ਖਾਣ ਅਤੇ ਗੋਲੀਆਂ ਖਾਣ ਬਾਰੇ ਵੀ ਪਤਾ ਲੱਗਦਾ ਹੈ ਅਤੇ ਕਿਸ ਤਰ੍ਹਾਂ ਉਹ ਸਭ ਕੁਛ ਲੁਕੇ ਛਿਪੇ ਨਸ਼ਿਆਂ ਵਿੱਚ ਜ਼ਿਆਦਾ ਹੀ ਵੜਦਾ ਜਾ ਰਿਹਾ ਸੀ। ਤਾਂ ਅਮਰੀਕ ਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਚੰਗਾ ਹੋਇਆ ਉਸਦਾ ਪਿਓ ਸਮੇਂ ਸਿਰ ਤੁਰ ਗਿਆ, ਕਿਉਂਕਿ ਜੇ ਉਹ ਇਹ ਹਰਕਤਾਂ ਹੋਰ ਕਰਦਾ ਰਹਿੰਦਾ ਤਾਂ ਹੋ ਸਕਦਾ ਹੈ ਕੱਲ੍ਹ ਨੂੰ ਇਹ ਲੋਕਾਂ ਦੇ ਸਾਹਮਣੇ ਵੀ ਆ ਜਾਂਦੀਆਂ ਸਾਰੀਆਂ ਅਤੇ ਉਹਨਾਂ ਦੀ ਬਹੁਤ ਬਦਨਾਮੀ ਹੁੰਦੀ ਅਤੇ ਛੋਟੀ ਕੁੜੀ ਦਾ ਵਿਆਹ ਵੀ ਹੋਣਾ ਔਖਾ ਹੋ ਜਾਂਦਾ। ਕਹਾਣੀ ਦਾ ਅੰਤ ਬੜਾ ਹੀ ਡਰਾਮੈਟਿਕ ਹੈ। ਅੰਤ ਅਸੀਂ ਸਾਰੀ ਕਹਾਣੀ 'ਚ ਦੇਖਦੇ ਹਾਂ ਕਿ ਸਾਰੇ ਪਰਿਵਾਰ ਵਾਲੇ ਬਹੁਤ ਦੁਖੀ ਨੇ ਕਿਉਂਕਿ ਘਰ ਦਾ ਮੁਖੀ ਮਰ ਗਿਆ। ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਇਮਾਰਤ ਥੱਲੋਂ ਵੱਡਾ ਥੰਮ ਨਿਕਲ ਜਾਂਦਾ ਅਤੇ ਇਮਾਰਤ ਡੋਲ ਰਹੀ ਹੁੰਦੀ ਹੈ। ਪਰ ਕਹਾਣੀ ਦੇ ਅੰਤ 'ਤੇ ਅਸੀਂ ਕੀ ਵੇਖਦੇ ਹਾਂ ਕਿ ਉਹ ਉਹਨਾਂ ਦੀ ਸਾਰਾ ਜਿਹੜਾ ਦੁੱਖ ਸੀ ਉਹ ਅਸਲ ਵਿੱਚ ਇੱਕ ਰਾਹਤ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਕਹਾਣੀ ਦੇ ਅੰਤਲੇ ਜਿਹੜੇ ਕੁਛ ਲਾਈਨਾਂ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦੀ ਹਾਂ। ਜਿਹੜਾ ਅਮਰੀਕ ਹੈ ਉਹ ਆਪਣੀ ਮਾਂ ਨੂੰ ਪੁੱਛਦਾ ਹੈ, ਕਿਉਂ ਬੀਬੀ ਠੀਕ ਗੱਲ ਹੈ? ਉਸਨੂੰ ਭਰੇ ਪੀਤੇ ਨੂੰ ਇਤਰਾਜ਼ ਸੀ ਕਿ ਉਸਦੀ ਮਾਂ ਨੇ ਉਸਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਅਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਸੀ ਦੱਸਿਆ। ਠੀਕ ਹੈ, ਹੋਰ ਝੂਠ ਥੋੜ੍ਹਾ ਹੈ, ਸਭ ਤੋਂ ਛੋਟੀ ਕੁੜੀ ਬੋਲ ਪਈ। ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ, ਜੇ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ ਅਤੇ ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁਣ ਠੁਣ ਗੋਪਾਲ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਸਦੇ ਹਾਸੇ ਵਿੱਚ ਨਾ ਹੀ ਕੋਈ ਖੁਸ਼ੀ ਸੀ ਅਤੇ ਨਾ ਹੀ ਕੋਈ ਦਰਦ, ਅਜੀਬ ਤਰ੍ਹਾਂ ਦਾ ਬੇਰੰਗ ਹਾਸਾ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ 1-2 ਜੀ ਹੌਲੀ ਜਿਹੀ ਹੱਸੇ। ਇੰਜ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਅਤੇ ਉਹ ਇਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ 'ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਤਾਂ ਅਸੀਂ ਕਹਾਣੀ ਦੇ ਅੰਤ ਵਿੱਚ ਕੀ ਦੇਖਿਆ ਕਿ ਉਹ ਪਿਤਾ ਜਿਹੜਾ ਉਹਨਾਂ ਨੂੰ ਅੰਗ ਸੰਗ ਮਹਿਸੂਸ ਹੋ ਰਿਹਾ ਸੀ, ਜਿਸ ਨੂੰ ਉਹ ਯਾਦ ਕਰ ਰਹੇ ਸਨ, ਜਿਸ ਦੇ ਜਾਣ 'ਤੇ ਦੁਖੀ ਸਨ, ਅਤੇ ਅੰਤ ਵਿੱਚ ਉਹਨਾਂ ਨੂੰ ਲੱਗਦਾ ਹੈ
ਰਾਹਤ ਮਹਿਸੂਸ ਹੁੰਦੀ ਹੈ ਕਿ ਜੇ ਕਿਤੇ ਉਹ ਹੋਰ ਜਿੰਦਾ ਹੁੰਦਾ ਤਾਂ ਜਿਹੜੇ 2 ਕਿੱਲੇ ਜ਼ਮੀਨ ਬਚੀ ਹੈ ਉਹ ਵੀ ਨਹੀਂ ਸੀ ਬਚਣੀ ਅਤੇ ਸਾਰੀ ਹੀ ਜ਼ਮੀਨ ਗਹਿਣੇ ਚਲੀ ਜਾਣੀ ਸੀ ਜਾਂ ਵਿਕ ਜਾਣੀ ਸੀ। ਤਾਂ ਇਹ ਸੀ ਸਾਡੀ ਕਹਾਣੀ ਅੰਗ ਸੰਗ। ਹੁਣ ਮੈਂ ਤੁਹਾਨੂੰ ਇਸਦੇ ਪ੍ਰਸ਼ਨ ਉੱਤਰ ਜਿਹੜੇ ਹੈ ਉਹ ਕਰਵਾਵਾਂਗੀ। ਪਹਿਲਾ ਪ੍ਰਸ਼ਨ ਹੈ, ਅੰਗ ਸੰਗ ਕਹਾਣੀ ਦਾ ਲੇਖਕ ਕੌਣ ਹੈ? ਜਿਸ ਦਾ ਉੱਤਰ ਹੈ ਵਰਿਆਮ ਸਿੰਘ ਸੰਧੂ। ਦੂਸਰਾ, ਕਿਸ ਦਾ ਭੋਗ ਪੈ ਗਿਆ ਸੀ? ਉੱਤਰ ਹੈ ਕਰਤਾਰ ਸਿੰਘ ਦਾ। ਅੱਗੇ, ਕਹਾਣੀ ਵਿਚਲੀ ਕਿਹੜੀ ਘਟਨਾ ਕਰਕੇ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਸੀ? ਘਰ ਦੇ ਮੁਖੀ ਕਰਤਾਰ ਸਿੰਘ ਦੀ ਬੇਵਕਤੀ ਮੌਤ ਹੋਣ ਕਰਕੇ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਸੀ। ਅੱਗੇ, ਅਮਰੀਕ ਕੀ ਕੰਮ ਕਰਦਾ ਸੀ? ਅਮਰੀਕ ਇੱਕ ਸਰਕਾਰੀ ਮੁਲਾਜ਼ਮ ਸੀ। ਪੰਜਵਾਂ ਪ੍ਰਸ਼ਨ, ਕਰਤਾਰ ਸਿੰਘ ਦੀ ਮੌਤ ਦਾ ਕੀ ਕਾਰਨ ਸੀ? ਕਰਤਾਰ ਸਿੰਘ ਦੀ ਮੌਤ ਦਾ ਕਾਰਨ ਉਸ ਵੱਲੋਂ ਬਹੁਤ ਜ਼ਿਆਦਾ ਨਸ਼ੇ ਕਰਨਾ ਸੀ। ਉਹ ਸ਼ਰਾਬ ਅਤੇ ਅਫੀਮ ਦਾ ਨਸ਼ਾ ਕਰਦਾ ਸੀ। ਛੇਵਾਂ ਪ੍ਰਸ਼ਨ, ਅਮਰੀਕ ਦੇ ਨਿੱਕੇ ਭਰਾ ਦਾ ਕੀ ਨਾਂ ਸੀ? ਮਹਿੰਦਰ ਸਿੰਘ। ਸੱਤਵਾਂ, ਕਿਸ ਅਹਿਸਾਸ ਨੇ ਅਮਰੀਕ ਨੂੰ ਨਾਗ ਵਾਂਗ ਵੱਲ ਪਾ ਲਿਆ ਸੀ? ਉੱਤਰ ਹੈ ਜ਼ਿੰਮੇਵਾਰੀ ਅਤੇ ਫਰਜ਼ ਦੇ ਅਹਿਸਾਸ ਨੇ। ਅੱਗੇ, ਅਮਰੀਕ ਨੂੰ ਪਹਿਲਾ ਝਟਕਾ ਕਦੋਂ ਲੱਗਾ? ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਸੁਸਾਇਟੀ ਇੰਸਪੈਕਟਰ ਅਮਰੀਕ ਕੋਲ ਆਇਆ। ਉਸਨੇ ਦੱਸਿਆ ਕਿ ਕਰਤਾਰ ਦੇ ਸਿਰ 1650 ਰੁਪਏ ਦਾ ਖਾਦ ਦਾ ਕਰਜ਼ਾ ਹੈ। ਇਹ ਅਮਰੀਕ ਲਈ ਪਹਿਲਾ ਝਟਕਾ ਸੀ। ਅਗਲਾ ਪ੍ਰਸ਼ਨ, ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ ਅਤੇ ਕਿਉਂ? ਇੰਸਪੈਕਟਰ ਨੇ ਅਮਰੀਕ ਨੂੰ ਇਹ ਰਿਆਇਤ ਦਿੱਤੀ ਕਿ ਉਹ ਕਰਜ਼ੇ ਦੀ ਰਕਮ 2 ਕਿਸ਼ਤਾਂ ਵਿੱਚ ਭਰ ਦੇਵੇ। ਕਰਤਾਰ ਸਿੰਘ ਦੇ ਸਿਰ ਖਾਦ ਦਾ ਕਿੰਨਾ ਕਰਜ਼ਾ ਸੀ? 1650 ਰੁਪਏ। ਕਰਜ਼ੇ ਦੀ ਪਹਿਲੀ ਕਿਸ਼ਤ ਦੇਣ ਲਈ ਅਮਰੀਕ ਨੂੰ ਕਿੰਨੇ ਦਿਨ ਦੀ ਮੋਹਲਤ ਦਿੱਤੀ ਗਈ? 15 ਦਿਨ। ਅਮਰੀਕ ਨੂੰ ਮਹਿੰਦਰ ਤੋਂ ਕੋਈ ਆਸ ਕਿਉਂ ਨਹੀਂ ਸੀ? ਮਹਿੰਦਰ ਸਿਆਣਾ ਮੁੰਡਾ ਨਹੀਂ ਸੀ। ਉਹ ਘਰ ਜਾਂ ਖੇਤੀ ਦੇ ਕੰਮ ਵਿੱਚ ਕੋਈ ਧਿਆਨ ਨਹੀਂ ਦਿੰਦਾ ਸੀ। ਸਾਰਾ ਦਿਨ ਕਬੂਤਰਬਾਜ਼ੀ ਕਰਦਾ ਸੀ। 13ਵਾਂ ਪ੍ਰਸ਼ਨ, ਕਰਤਾਰ ਦੇ ਜੀਂਦੇ ਹੋਏ ਅਮਰੀਕ ਘਰ ਬਾਰੇ ਕਿਸ ਤਰ੍ਹਾਂ ਦਾ ਵਤੀਰਾ ਰੱਖਦਾ ਸੀ? ਪਿਓ ਦੇ ਜਿਉਂਦੇ ਹੋਏ ਅਮਰੀਕ ਨੂੰ ਘਰ ਦੀ ਕੋਈ ਫਿਕਰ ਨਹੀਂ ਸੀ। ਉਹ ਹਰ ਮਹੀਨੇ ਅੱਧੀ ਤਨਖਾਹ ਘਰ ਖਰਚ ਲਈ ਦੇ ਦਿੰਦਾ ਸੀ। ਇਸ ਤੋਂ ਇਲਾਵਾ ਉਸਨੇ ਘਰ ਨਾਲ ਕੋਈ ਸਾਂਝ ਨਹੀਂ ਰੱਖੀ ਸੀ। ਅੱਗੇ, ਮੌਤ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ? 45 ਸਾਲ। ਅਗਲਾ, ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਹੈ ਅਤੇ ਕਿਉਂ? ਅਮਰੀਕ ਦਾ ਪਿਓ ਨਿੱਕੀ ਉਮਰ ਦਾ ਹੋਣ ਕਰਕੇ ਪੂਰਾ ਜਵਾਨ ਸੀ। ਨਵੇਂ ਮਾਸਟਰ ਉਸਨੂੰ ਅਮਰੀਕ ਦਾ ਭਰਾ ਸਮਝਦੇ ਸਨ। ਅਮਰੀਕ ਨੂੰ ਇਹ ਚੰਗਾ ਨਹੀਂ ਲੱਗਦਾ ਸੀ। ਉਹ ਚਾਹੁੰਦਾ ਸੀ ਕਿ ਉਸਦਾ ਪਿਓ ਧੌਲੀ ਦਾੜੀ ਵਾਲਾ ਸਿਆਣਾ ਹੋਵੇ। ਅਗਲਾ ਪ੍ਰਸ਼ਨ, ਅਮਰੀਕ ਦੇ ਦਾਦੇ ਨੇ ਗਹਿਣੇ ਪਈ ਪੈਲੀ ਨੂੰ ਕਿਵੇਂ ਛੁਡਾਇਆ? ਅਮਰੀਕ ਦੇ ਦਾਦੇ ਨੇ ਸਿੰਗਾਪੁਰ ਜਾ ਕੇ ਮਿਹਨਤ ਕੀਤੀ ਅਤੇ ਫਜ਼ੂਲ ਖਰਚੀ ਬਿਲਕੁਲ ਨਹੀਂ ਕੀਤੀ। ਇਸ ਤਰ੍ਹਾਂ ਉਸਨੇ ਜ਼ਮੀਨ ਛੁਡਾਈ। ਅਗਲਾ, ਕਰਤਾਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਹਾਰ ਕਿਵੇਂ ਦਾ ਸੀ? ਉਹ ਆਪਣੀ ਪਤਨੀ ਨਾਲ ਬਹੁਤ ਰੁੱਖਾ ਵਿਵਹਾਰ ਕਰਦਾ ਸੀ। ਇੱਕ ਵਾਰ ਤਾਂ ਉਸਨੇ ਜਾਗੀਰ ਕੌਰ ਨੂੰ ਇੰਨਾ ਕੁੱਟਿਆ ਕਿ ਉਸਨੇ ਡੁੱਬ ਕੇ ਮਰ ਜਾਣ ਦਾ ਵੀ ਸੋਚਿਆ। ਅਗਲਾ ਪ੍ਰਸ਼ਨ, ਕਰਤਾਰ ਸਿੰਘ ਕਿਸ ਦੇ ਸਿਰ 'ਤੇ ਐਸ਼ ਕਰਦਾ ਸੀ? ਉਹ ਆਪਣੇ ਪਿਤਾ ਦੇ ਸਿਰ 'ਤੇ ਐਸ਼ ਕਰਦਾ ਸੀ ਜੋ ਕਿ ਸਿੰਗਾਪੁਰ ਤੋਂ ਪੈਸੇ ਭੇਜਦਾ ਸੀ। 19ਵਾਂ ਪ੍ਰਸ਼ਨ, ਪਿਤਾ ਦੀ ਮੌਤ ਤੋਂ ਬਾਅਦ ਕਰਤਾਰ ਨਾਲ ਕੀ ਵਾਪਰੀ? ਉੱਤਰ, ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਕਰਤਾਰ ਸਿਰ ਆ ਗਈ। ਭੈਣਾਂ ਦੇ ਵਿਆਹ ਤੇ ਮਾਂ ਦਾ ਧਿਆਨ ਰੱਖਣਾ ਵਰਗੀਆਂ ਕਈ ਜ਼ਿੰਮੇਵਾਰੀਆਂ ਸੀ, ਪਰ ਉਹ ਆਪਣੀ ਨਸ਼ੇ ਦੀ ਆਦਤ 'ਤੇ ਕਾਬੂ ਨਾ ਪਾ ਸਕਿਆ। ਇਸ ਕਰਕੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਸ ਸਿਰ ਕਰਜ਼ੇ ਚੜ੍ਹ ਗਏ। 20ਵਾਂ ਪ੍ਰਸ਼ਨ, ਕਰਤਾਰ ਸਿੰਘ ਆਪਣੀ
ਭੈਣ ਦੀਆਂ ਕੁੜੀਆਂ ਦੇ ਵਿਆਹ ਦੀ ਚਿੱਠੀ ਆਉਣ 'ਤੇ ਖਿਝਿਆ ਕਿਉਂ ਰਹਿੰਦਾ ਸੀ? ਭੈਣ ਨੇ ਕਰਤਾਰ ਨੂੰ ਬਣ ਠਣ ਕੇ ਵਿਆਹ 'ਤੇ ਆਉਣ ਅਤੇ ਖੁੱਲ੍ਹਾ ਵਰਤਣ ਲਈ ਕਿਹਾ ਸੀ। ਵਾਹੀ ਵਿੱਚੋਂ ਕੁਝ ਨਹੀਂ ਬਚਦਾ ਸੀ। ਪੈਸੇ ਦਾ ਪ੍ਰਬੰਧ ਨਾ ਹੋਣ ਕਰਕੇ ਕਰਤਾਰ ਸਿੰਘ ਖਿਝਿਆ ਹੋਇਆ ਸੀ। 21ਵਾਂ ਪ੍ਰਸ਼ਨ, ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ? ਅਮਰੀਕ ਨੂੰ ਇਤਰਾਜ਼ ਸੀ ਕਿ ਘਰਦਿਆਂ ਨੇ ਇੰਨਾ ਕਰਜ਼ਾ ਕਿਵੇਂ ਚੜ੍ਹਾ ਲਿਆ ਸੀ। ਨਾਲ ਹੀ ਉਸਦੀ ਮਾਂ ਨੇ ਕਰਤਾਰ ਦੇ ਨਸ਼ਿਆਂ ਬਾਰੇ ਵੀ ਉਸਨੂੰ ਨਹੀਂ ਦੱਸਿਆ ਸੀ। ਇਸ ਦਾ ਆਖਰੀ ਪ੍ਰਸ਼ਨ ਹੈ, ਕਹਾਣੀ ਦੇ ਅੰਤ ਵਿੱਚ ਸਾਰੇ ਪਰਿਵਾਰ ਦੇ ਮਨ ਅੰਦਰ ਕੀ ਭਾਵ ਪੈਦਾ ਹੁੰਦੇ ਹਨ? ਸਾਰੇ ਪਰਿਵਾਰ ਨੂੰ ਲੱਗਦਾ ਹੈ ਕਿ ਜੇ ਕਰਤਾਰ ਜ਼ਿੰਦਾ ਹੁੰਦਾ ਤਾਂ ਉਸਨੇ ਬਚੀ ਪੈਲੀ ਵੀ ਗਹਿਣੇ ਪਾ ਦੇਣੀ ਸੀ। ਹੁਣ ਤੱਕ ਕਰਤਾਰ ਦੀ ਮੌਤ ਤੋਂ ਦੁਖੀ ਸਾਰਾ ਪਰਿਵਾਰ ਹੁਣ ਇੱਕ ਤਰ੍ਹਾਂ ਦੀ ਰਾਹਤ ਮਹਿਸੂਸ ਕਰਦਾ ਹੈ। ਬੱਚਿਓ, ਇਹ ਸੀ ਤੁਹਾਡਾ ਪਾਠ ਅੰਗ ਸੰਗ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।